ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬੀ ਐਲੀਜੀਬਿਲਿਟੀ ਟੈਸਟ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਮੌਕ ਟੈਸਟ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਇੱਕ ਹਫ਼ਤੇ ਦੇ ਵਿੱਚ ਸਾਡਾ ਜਿੰਨਾ ਵੀ ਸਿਲੇਬਸ ਹੋ ਜਾਂਦਾ ਉਸ ਦਾ ਹਰੇਕ ਸੰਡੇ ਵੀਕਲੀ ਮੌਕ ਟੈਸਟ ਲਿਆ ਜਾਂਦਾ। ਹਰੇਕ ਸੰਡੇ ਜਿੰਨਾ ਵੀ ਆਪਣਾ ਇੱਕ ਹਫ਼ਤੇ ਦੇ ਵਿੱਚ ਸਿਲੇਬਸ ਕਵਰ ਹੋ ਜਾਂਦਾ ਉਸ ਦੇ ਵਿੱਚੋਂ ਇੰਪੋਰਟੈਂਟ MCQ ਲਏ ਜਾਂਦੇ ਆ ਤਾਂ ਜੋ ਤੁਹਾਡੀ ਚੰਗੀ ਤਰ੍ਹਾਂ ਰਿਵੀਜ਼ਨ ਹੋ ਸਕੇ। ਤੇ MCQ ਮੋਸਟਲੀ ਉਹੀ ਲਏ ਜਾਂਦੇ ਨੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ। ਠੀਕ ਹੈ, ਤਾਂ ਜਿਹੜਾ ਅੱਜ ਦਾ ਸਾਡਾ ਮੌਕ ਟੈਸਟ ਆ, ਜਿਵੇਂ ਕਿ ਤੁਹਾਨੂੰ ਪਤਾ ਅਸੀਂ ਵੀਕਲੀ ਮੌਕ ਟੈਸਟ ਤਿਆਰ ਕਰਦੇ ਹਾਂ, ਪਰ ਤੁਹਾਨੂੰ ਇਹ ਵੀ ਪਤਾ ਕਿ ਪੰਜਾਬ ਸਰਕਾਰ ਨੇ ਹਰੇਕ ਪੰਜਾਬ ਦੇ ਸਰਕਾਰੀ ਪੇਪਰ ਦੇ ਲਈ ਹਰੇਕ ਪੇਪਰ ਦੇ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤਾ। ਸੇਮ ਉਹੀ ਪੈਟਰਨ ਨਾਲ ਅੱਜ ਮੈਂ ਵੀ ਤੁਹਾਡੇ ਲਈ ਪਹਿਲਾਂ ਅਸੀਂ ਪੰਜਾਬੀ ਪੈਟਰਨ ਯਾਨੀ ਕਿ ਪੰਜਾਬੀ ਐਲੀਜੀਬਿਲਿਟੀ ਟੈਸਟ ਲਵਾਂਗੇ, ਮੌਕ ਟੈਸਟ ਲਵਾਂਗੇ। ਉਸ ਤੋਂ ਬਾਅਦ ਸੈਕਿੰਡ ਪੇਪਰ ਹੋਵੇਗਾ ਤੁਹਾਡਾ ਮੇਨ ਪੇਪਰ। ਜਿਵੇਂ ਕਿ ਤੁਹਾਨੂੰ ਪਤਾ ਹੈ ਹਰੇਕ ਗੌਰਮੈਂਟ ਐਗਜ਼ਾਮ ਦੇ ਵਿੱਚ ਕਾਮਨ ਟੌਪਿਕ ਨੇ। ਤੁਸੀਂ ਆਪਣਾ ਸਿਲੇਬਸ ਪੰਜਾਬ ਪੁਲਿਸ ਨਾਲ ਮੈਚ ਕਰ ਸਕਦੇ ਹੋ, ਫਾਇਰਮੈਨ ਵਾਲੇ ਆਪਣਾ ਸਿਲੇਬਸ ਸਬ ਇੰਸਪੈਕਟਰ ਦੇ ਨਾਲ ਮੈਚ ਕਰ ਸਕਦੇ ਨੇ, ਸਬ ਇੰਸਪੈਕਟਰ ਵਾਲੇ ਆਪਣਾ ਸਿਲੇਬਸ ਪੰਜਾਬ ਪਟਵਾਰੀ ਨਾਲ ਮੈਚ ਕਰ ਸਕਦੇ ਨੇ ਤੇ ਬਾਕੀ ਸਾਰੇ ਜਿੰਨੇ ਵੀ ਸਿਲੇਬਸ ਆ ਤੁਹਾਡੇ ਤੁਸੀਂ ਕਿਸੇ ਵੀ ਸਿਲੇਬਸ ਨਾਲ ਕੰਪੈਰੀਜ਼ਨ ਕਰਕੇ ਦੇਖ ਲਓ, ਟੌਪਿਕ ਸਭ ਦੇ ਸਾਰੇ ਹੀ ਕਵਰ ਸੇਮ ਆ। ਤਾਂ ਸਾਰੇ ਟੌਪਿਕ ਜੇਕਰ ਤੁਹਾਡੇ ਸੇਮ ਆ ਤਾਂ ਇੱਕ ਵੀਕ ਦੇ ਵਿੱਚ ਅਸੀਂ ਜਿੰਨਾ ਤੁਹਾਨੂੰ ਸਿਲੇਬਸ ਕਰਵਾ ਦਿੱਤਾ ਜਾਂਦਾ ਉਹ ਸਾਰੇ ਟੌਪਿਕ ਦੇ ਲਈ ਹੀ, ਸਾਰੀਆਂ ਪੋਸਟਾਂ ਦੇ ਲਈ ਹੀ ਇੰਪੋਰਟੈਂਟ ਹੁੰਦਾ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ MCQ ਦਾ ਮੌਕ ਟੈਸਟ, ਜਿਹੜਾ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਵੇਗਾ। ਪਹਿਲਾਂ ਅਸੀਂ ਪੰਜਾਬੀ ਐਲੀਜੀਬਿਲਿਟੀ ਟੈਸਟ ਕਰਾਂਗੇ, ਸੈਕਿੰਡ ਪੇਪਰ ਤੁਹਾਡਾ ਜਿਹੜਾ ਮੇਨ ਪੇਪਰ ਆ ਉਸ ਦੇ ਲਈ ਅਸੀਂ ਸੈਕਿੰਡ ਮੌਕ ਟੈਸਟ ਕਵਰ ਕਰਾਂਗੇ ਸੇਮ ਐਜ਼ ਇਟ ਇਜ਼ ਜਿਵੇਂ ਤੁਹਾਡਾ ਫਾਈਨਲ ਪੇਪਰ ਹੋਣਾ ਹੈ ਉਸੇ ਤਰ੍ਹਾਂ ਆਲ ਸਬਜੈਕਟ ਦੇ ਵਿੱਚੋਂ ਲਿਆ ਗਿਆ ਹੈ। ਇਸ ਪੇਪਰ ਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ, ਗੁਰੂਆਂ ਦੇ ਨਾਲ ਰਿਲੇਟਡ, ਸਿੱਖ ਗੁਰੂਆਂ ਦੇ ਨਾਲ ਰਿਲੇਟਡ ਜਿਹੜੇ ਪੰਜਾਬੀ ਐਲੀਜੀਬਿਲਿਟੀ ਟੈਸਟ ਦੇ ਵਿੱਚ MCQ ਨਹੀਂ ਲਏ ਕਿਉਂਕਿ ਉਹਨਾਂ ਦੇ ਨਾਲ ਰਿਲੇਟਡ ਅਸੀਂ ਹਰੇਕ ਹਫ਼ਤੇ ਕਾਫੀ ਜ਼ਿਆਦਾ MCQ ਕਰ ਲਏ ਨੇ। ਠੀਕ ਹੈ, ਤੇ ਜ਼ਿਆਦਾਤਰ MCQ ਆ ਜਿਹੜੇ ਉਹ ਪੇਪਰ B ਦੇ ਵਿੱਚ ਸਿੱਖ ਗੁਰੂਜ਼ ਨਾਲ ਰਿਲੇਟਡ ਮੈਂ ਪਾ ਦਿੱਤੇ ਨੇ। ਪੇਪਰ B ਦੇ ਵਿੱਚ ਕਵਰ ਕਰਾਂਗੇ ਅਸੀਂ ਕਿਉਂਕਿ ਤੁਹਾਡੇ ਪੇਪਰ A B ਦੋਨਾਂ ਦੇ ਵਿੱਚ ਸਿੱਖ ਗੁਰੂ ਇੰਪੋਰਟੈਂਟ ਨੇ, ਤਾਂ ਜ਼ਿਆਦਾਤਰ MCQ ਜੋ ਇੰਪੋਰਟੈਂਟ ਬਣ ਸਕਦੇ ਨੇ ਉਹ ਮੈਂ ਪੇਪਰ B ਦੇ ਵਿੱਚ ਐਡ ਕੀਤੇ ਹੋਏ। ਪੇਪਰ A ਦੇ ਵਿੱਚੋਂ ਸਿਰਫ ਪੰਜਾਬੀ ਐਲੀਜੀਬਿਲਿਟੀ ਟੈਸਟ ਯਾਨੀ ਕਿ ਪੰਜਾਬੀ ਲੈਂਗੁਏਜ ਦੇ ਨਾਲ ਰਿਲੇਟਡ ਜੋ ਇੰਪੋਰਟੈਂਟ MCQ ਬਣ ਸਕਦੇ ਨੇ, ਕਿਉਂਕਿ ਤੁਹਾਨੂੰ ਪਤਾ ਹੈ ਮੈਂ 50 MCQ ਲੈਣੇ ਸੀ ਕਿਉਂਕਿ ਤੁਹਾਡਾ ਪੇਪਰ 50 ਨੰਬਰ ਦਾ ਹੋਣਾ ਹੈ। ਠੀਕ ਹੈ, ਤਾਂ ਜਿਹੜੇ MCQ ਮਤਲਬ ਕਿ ਸਿੱਖ ਗੁਰੂ ਨਾਲ ਰਿਲੇਟਡ ਸੀ ਉਹ ਮੈਂ ਸੈਕਿੰਡ ਪੇਪਰ 'ਚ ਐਡ ਕੀਤੇ ਨੇ। ਤਾਂ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਹਰੇਕ ਸਟੂਡੈਂਟਸ ਨੂੰ ਆਪਣਾ ਪੇਪਰ ਅਟੈਂਪਟ ਕਰਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦੇਵਾਂਗੀ ਤੇ ਤੁਸੀਂ ਲਾਸਟ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਆਏ, ਕਿਉਂਕਿ 25% ਜੇਕਰ ਤੁਹਾਡੇ ਨੰਬਰ ਇਸ ਦੇ ਵਿੱਚੋਂ ਆਉਂਦੇ ਨੇ ਯਾਨੀ ਕਿ 25% ਦਾ ਮਤਲਬ ਕੀ ਹੈ 25 ਨੰਬਰ। ਠੀਕ ਹੈ, ਸੌਰੀ 25% ਬੋਲ ਦਿੱਤਾ। ਜੇਕਰ ਤੁਸੀਂ ਇਸ 50 ਨੰਬਰ ਦੇ ਪੇਪਰ ਦੇ ਵਿੱਚੋਂ 25 ਨੰਬਰ ਲੈਂਦੇ ਹੋ ਫਿਰ ਹੀ ਤੁਹਾਡਾ ਪੇਪਰ B ਕੁਆਲੀਫਾਈ ਮੰਨਿਆ ਜਾਵੇਗਾ। ਤਾਂ ਹੁਣ ਦੇਖੋ ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਹਾਂਜੀ, ਬੋਲੀ 2 ਤਰ੍ਹਾਂ ਦੀ ਹੁੰਦੀ ਆ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਕਿਹੜੀ? ਇੱਕ ਹੁੰਦੀ ਆ ਲਿਖਤੀ ਬੋਲੀ ਤੇ ਇੱਕ ਹੁੰਦੀ ਆ ਬੋਲਚਾਲ ਦੀ ਬੋਲੀ। ਲਿਖਤੀ ਬੋਲੀ ਨੂੰ ਅਸੀਂ ਟਕਸਾਲੀ ਵੀ ਬੋਲਦੇ ਹਾਂ। ਠੀਕ ਹੈ, ਲਿਖਤੀ ਬੋਲੀ ਉਹ ਹੁੰਦੀ ਆ ਜਿਹਦੇ ਵਿੱਚ ਅਸੀਂ ਆਪਦੇ ਭਾਵਾਂ ਨੂੰ ਲਿਖਦੇ ਹਾਂ। ਜਿਵੇਂ ਹੁਣ ਮੈਂ ਲਿਖ ਕੇ ਤੁਹਾਨੂੰ ਸਮਝਾ ਰਹੀ ਹਾਂ। ਠੀਕ ਹੈ, ਮੈਂ ਲਿਖਤੀ ਬੋਲੀ ਲਿਖਿਆ ਵਾ, ਇਹ ਮੈਂ ਲਿਖਤਾ ਕਿ ਇੱਕ ਲਿਖਤੀ ਬੋਲੀ ਹੁੰਦੀ ਆ ਤੇ ਇੱਕ ਹੁੰਦੀ ਆ ਬੋਲਚਾਲ ਦੀ ਬੋਲੀ। ਬੋਲਚਾਲ ਦੀ ਬੋਲੀ ਜਿਹੜਾ ਮੈਂ ਤੁਹਾਨੂੰ ਬੋਲ ਕੇ ਸਮਝਾਉਂਦੀ ਹਾਂ, ਜਿਵੇਂ ਮੈਂ ਪੰਜਾਬੀ ਐਲੀਜੀਬਿਲਿਟੀ ਟੈਸਟ ਵਾਲੀ ਗੱਲ ਉੱਪਰ ਤੁਹਾਨੂੰ ਦੱਸੀ ਆ ਉਹ ਮੈਂ ਬੋਲ ਕੇ ਦੱਸੀ ਆ ਤੇ ਇਹ ਮੈਂ ਲਿਖ ਕੇ ਦੱਸਤੀ ਕਿ ਬੋਲੀ 2 ਤਰ੍ਹਾਂ ਦੀ ਹੁੰਦੀ ਆ। ਠੀਕ ਹੈ, ਇੱਕ ਹੁੰਦੀ ਲਿਖਤੀ ਬੋਲੀ ਜਿਹਨੂੰ ਅਸੀਂ ਟਕਸਾਲੀ ਬੋਲੀ ਬੋਲਦੇ ਹਾਂ। ਠੀਕ ਹੈ, ਇੱਕ ਹੁੰਦੀ ਬੋਲਚਾਲ ਦੀ ਬੋਲੀ ਜਿਹਨੂੰ ਅਸੀਂ ਆਮ ਬੋਲਚਾਲ ਦੀ ਬੋਲੀ ਵੀ ਬੋਲ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਆਪਦੇ ਭਾਵ ਬੋਲ ਕੇ ਸਮਝਾਉਂਦੇ ਹਾਂ, ਇੱਕ 'ਚ ਅਸੀਂ ਲਿਖ ਕੇ ਸਮਝਾ ਦਿੰਦੇ ਹਾਂ। ਤਾਂ ਬੋਲੀ 2 ਤਰ੍ਹਾਂ ਦੀ ਹੁੰਦੀ ਆ। ਅਗਲਾ ਪ੍ਰਸ਼ਨ ਆ, ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਬੋਲੀਆਂ ਪ੍ਰਚਲਿਤ ਹਨ? ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਬੋਲੀਆਂ ਨੂੰ ਮਾਨਤਾ ਪ੍ਰਾਪਤ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ। ਜਲਦੀ ਨਾਲ ਆਪਣੇ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖੋ ਜਾਂ ਫਿਰ ਕਾਪੀ ਪੈਨ ਉਠਾ ਲਓ ਤੇ ਫਿਰ ਮੇਰੇ ਨਾਲ ਮੈਚ ਕਰਦੇ ਜਾਣਾ। ਠੀਕ ਹੈ, ਤਾਂ ਜੋ ਤੁਸੀਂ ਮੈਨੂੰ ਲਾਸਟ ਤੇ ਦੱਸ ਸਕੋ ਕਿ ਤੁਹਾਡੇ ਕਿੰਨੇ ਨੰਬਰ ਸਹੀ ਗਏ ਆ। ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਬੋਲੀਆਂ ਪ੍ਰਚਲਿਤ ਹਨ? 22।
22 ਬੋਲੀਆਂ ਨੂੰ ਮਾਨਤਾ ਪ੍ਰਾਪਤ ਆ ਭਾਰਤੀ ਸੰਵਿਧਾਨ ਦੇ ਵਿੱਚ। ਤੇ ਭਾਸ਼ਾਵਾਂ ਸੰਬੰਧੀ ਭਾਰਤੀ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਆ? 8ਵੀਂ ਅਨੁਸੂਚੀ ਦੇ ਵਿੱਚ ਸਾਨੂੰ ਭਾਸ਼ਾਵਾਂ ਸੰਬੰਧੀ ਜਾਣਕਾਰੀ ਮਿਲਦੀ ਆ। ਕਿਹੜੀ ਸੂਚੀ ਦੇ ਵਿੱਚ? 8ਵੀਂ ਅਨੁਸੂਚੀ ਦੇ ਵਿੱਚ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ, ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਹਨ? ਹਾਂਜੀ, ਗੁਰਮੁਖੀ ਲਿਪੀ ਦੇ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਨੇ? ਕਿਹੜੀਆਂ ਲਗਾ ਹੁੰਦੀਆਂ? ਪਹਿਲਾਂ ਦੇਖੋ, ਇੱਕ ਤਾਂ ਹੁੰਦੀ ਮੁਕਤਾ, ਜਿਹਨੂੰ ਕੋਈ ਵੀ ਲਗਾ ਨਹੀਂ ਲੱਗੀ ਹੁੰਦੀ। ਠੀਕ ਹੈ, ਮੁਕਤਾ, ਕੰਨਾ, ਫਿਰ ਔਂਕੜ, ਦੁਲੈਂਕੜ, ਕੰਨਾ ਤਾਂ ਹੋ ਗਿਆ, ਵਿਹਾਰੀ, ਸਿਹਾਰੀ, ਠੀਕ ਹੈ, ਹੌੜਾ, ਕਨੌੜਾ ਤੇ ਲਾਮਾ, ਦੁਲਾਮਾ। ਇਹ ਸਾਰੀਆਂ ਲਗਾ ਮਾਤਰਾ ਹੁੰਦੀਆਂ ਜਿਹੜੀਆਂ ਕਿ 10 ਹੁੰਦੀਆਂ ਨੇ। ਠੀਕ ਹੈ, ਕਿੰਨੀਆਂ ਹੁੰਦੀਆਂ? 10। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਮੈਂ ਤੁਹਾਨੂੰ ਬਹੁਤ ਵਾਰ ਕਰਵਾ ਚੁੱਕੀ ਹਾਂ ਕਿ ਗੁਰਮੁਖੀ ਲਿਪੀ ਦੇ ਵਿੱਚ 10 ਲਗਾ ਮਾਤਰਾ ਹੁੰਦੀਆਂ ਨੇ। ਪਰ ਜੇਕਰ ਤੁਹਾਨੂੰ ਲਗਾਖਰ ਪੁੱਛ ਲਿਆ ਜਾਣ ਤਾਂ ਲਗਾਖਰ ਕਿਹੜੇ ਹੁੰਦੇ ਆ? ਬਿੰਦੀ, ਟਿੱਪੀ ਅਤੇ ਅੱਧਕ। ਇਸ ਗੱਲ ਦਾ ਧਿਆਨ ਰੱਖਣਾ। ਅੱਗੇ, ਗੁਰਮੁਖੀ ਲਿਪੀ ਦੇ ਕਿੰਨੇ ਵਰਨ ਹਨ? ਦੇਖੋ, ਵਰਨ ਤੇ ਵਰਗ ਦੇ ਵਿੱਚ ਬਹੁਤ ਫਰਕ ਆ। ਇਸ ਗੱਲ ਨੂੰ ਧਿਆਨ 'ਚ ਰੱਖਣਾ। ਇੱਥੇ ਤੁਹਾਨੂੰ ਐਗਜ਼ਾਮੀਨਰ ਪਜ਼ਲ ਕਰ ਸਕਦਾ। ਉਹ ਇਹ ਵੀ ਪੁੱਛ ਸਕਦਾ ਕਿ ਗੁਰਮੁਖੀ ਲਿਪੀ ਦੇ ਕਿੰਨੇ ਵਰਗ ਹੁੰਦੇ ਹਨ, ਤਾਂ ਉਹਨੇ ਇੱਥੇ ਲਿਖਿਆ ਵਰਨ। ਠੀਕ ਹੈ, ਹੁਣ ਵਰਗ ਦੀ ਗੱਲ ਕਰੀਏ ਤਾਂ ਉਨੀ ਦੇਰ ਤੁਸੀਂ ਇਸ ਦਾ ਆਨਸਰ ਸੋਚੋ ਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇੱਕ ਹੁੰਦਾ ਮੁੱਖ ਵਰਗ। ਮੁੱਖ ਵਰਗ ਦੇ ਵਿੱਚ ਆ ਜਾਂਦੀ ਆ ਊੜੇ ਵਾਲੀ ਲਾਈਨ। ਠੀਕ ਹੈ, ਇਹ ਹੁੰਦਾ ਮੁੱਖ ਵਰਗ। ਫਿਰ ਹੁੰਦਾ ਕੱਕਾ ਵਰਗ। ਕੱਕਾ ਵਰਗ 'ਚ ਕੱਕੇ ਵਾਲੀ ਲਾਈਨ ਆ ਜਾਂਦੀ ਹੈ। ਉਸ ਤੋਂ ਬਾਅਦ ਕੱਕੇ ਤੋਂ ਬਾਅਦ ਹੁੰਦੀ ਹੈ ਚਿੱਚੇ ਵਾਲੀ ਲਾਈਨ, ਇਹਨੂੰ ਅਸੀਂ ਬੋਲ ਦਿੰਦੇ ਹਾਂ ਚਿੱਚਾ ਵਰਗ। ਠੀਕ ਹੈ, ਫਿਰ ਆਉਂਦੀ ਹੈ ਟੈਂਕੇ ਵਾਲੀ ਲਾਈਨ, ਇਹਨੂੰ ਅਸੀਂ ਬੋਲ ਦਿੰਦੇ ਹਾਂ ਟੈਂਕਾ ਵਰਗ। ਫਿਰ ਆਉਂਦੀ ਹੈ ਤੱਤੇ ਵਾਲੀ ਲਾਈਨ, ਇਹਨੂੰ ਅਸੀਂ ਬੋਲ ਦਿੰਦੇ ਹਾਂ ਤੱਤਾ ਵਰਗ। ਉਸ ਤੋਂ ਬਾਅਦ ਹੁੰਦੀ ਹੈ ਪੱਪੇ ਵਾਲੀ ਲਾਈਨ, ਇਹਨੂੰ ਅਸੀਂ ਬੋਲ ਦਿੰਦੇ ਹਾਂ ਪੱਪਾ ਵਰਗ। ਉਸ ਤੋਂ ਬਾਅਦ ਹੁੰਦੀ ਹੈ ਜਈਏ ਵਾਲੀ ਲਾਈਨ, ਇਹਨੂੰ ਅਸੀਂ ਬੋਲ ਦਿੰਦੇ ਹਾਂ ਜਈਆ ਵਰਗ। ਠੀਕ ਹੈ ਜੀ, ਕਿਹੜਾ ਵਰਗ? ਜਈਆ ਵਰਗ। ਤੇ ਉਸ ਤੋਂ ਬਾਅਦ ਆਉਂਦੀ ਹੈ ਬਿੰਦੀਆਂ ਵਾਲੀ ਲਾਈਨ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਜਿਹੜੇ ਅਸੀਂ ਬਾਅਦ 'ਚ ਅੱਖਰ ਲਏ ਆ। ਇਹ ਨਵੇਂ ਅੱਖਰ ਐਡ ਕੀਤੇ ਸੀ ਨਾ 5, ਆਪਾਂ ਨਵੀਨ ਵਰਗ ਬੋਲ ਦਿੰਦੇ ਆ ਇਹਨੂੰ। ਠੀਕ ਹੈ, 6 ਅੱਖਰ ਲਏ ਸੀ ਨਵੇਂ ਬਿੰਦੀ ਵਾਲੇ। ਕਿਹੜੇ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਠੀਕ ਹੈ, ਜੱਜੇ ਪੈਰ ਬਿੰਦੀ, ਲੱਲੇ ਪੈਰ ਬਿੰਦੀ, ਫੱਫੇ ਪੈਰ ਬਿੰਦੀ। 6 ਅੱਖਰ ਲਏ ਸੀਗੇ ਇਹ, ਤੇ ਇਹ ਨਵੇਂ ਸੀਗੇ। ਪਹਿਲਾਂ 35 ਅੱਖਰ ਸੀਗੇ, ਹੁਣ 41 ਹੋ ਗਏ ਇਹਨਾਂ 6 ਕਰਕੇ। ਤਾਂ ਗੁਰਮੁਖੀ ਲਿਪੀ ਦੇ ਕਿੰਨੇ ਵਰਨ ਆ? 41 ਵਰਨ ਆ ਗੁਰਮੁਖੀ ਲਿਪੀ ਦੇ ਵਿੱਚ। ਪਹਿਲਾਂ 35 ਸੀਗੇ, ਫਿਰ 6 ਨਵੇਂ ਲੈਣ ਕਰਕੇ ਕਿੰਨੇ ਹੋ ਗਏ? 6 ਨਵੇਂ ਲੈਣ ਕਰਕੇ ਕਿੰਨੇ ਹੋ ਗਏ? 41 ਹੋ ਗਏ। ਠੀਕ ਹੈ, 35 + 6 41। ਹੁਣ ਐਟ ਪ੍ਰੈਜ਼ੈਂਟ 41 ਆ। ਹੁਣ ਇੱਥੇ ਕੁਛ ਵੀ ਨਹੀਂ ਲਿਖਿਆ ਕਿ ਵਰਤਮਾਨ ਸਮੇਂ ਦੀ ਗੱਲ ਹੋ ਰਹੀ ਆ ਕਿ ਪਹਿਲਾਂ ਦੀ। ਜੇ ਉਹ ਤੁਹਾਨੂੰ ਇਹ ਪੁੱਛਣ ਕਿ ਪਹਿਲਾਂ ਗੁਰਮੁਖੀ ਲਿਪੀ ਦੇ ਕਿੰਨੇ ਵਰਨ ਸੀ, ਫਿਰ 35। ਹੁਣ ਉਹਨੇ ਕੁਛ ਵੀ ਨਹੀਂ ਲਿਖਿਆ, ਦੈਟ ਮੀਨਸ ਅਸੀਂ ਹੁਣ ਵਾਲਾ ਦੱਸਾਂਗੇ ਕਿ ਹੁਣ 41 ਅੱਖਰ ਆ। ਤੇ ਜੇ ਇੱਥੇ ਵਰਗ ਪੁੱਛ ਲਿਆ ਜਾਵੇ ਤਾਂ ਵਰਗ ਮੈਂ ਤੁਹਾਡੇ ਸਾਹਮਣੇ ਲਿਖ ਦਿੱਤੇ ਆ, ਊੜਾ ਵਰਗ, ਕੱਕਾ ਵਰਗ, ਚਿੱਚਾ ਵਰਗ, ਟੈਂਕਾ ਵਰਗ। ਤਾਂ ਇਹ 8 ਵਰਗ ਆ। ਠੀਕ ਹੈ, ਟੋਟਲ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ। ਅਗਲਾ ਪ੍ਰਸ਼ਨ, ਪੰਜਾਬੀ ਵਿੱਚ ਸਵਰ ਅੱਖਰਾਂ ਦੀ ਗਿਣਤੀ ਹੈ। ਹਾਂਜੀ, ਪੰਜਾਬੀ ਦੇ ਵਿੱਚ ਸਵਰ, ਪਹਿਲਾਂ ਤਾਂ ਸਵਰ, ਪੰਜਾਬੀ ਦੇ ਜਿਹੜੇ ਅੱਖਰ ਆ ਨਾ, ਜੋ ਵਰਨ ਆ, ਉਹ 2 ਭਾਗਾਂ ਦੇ ਵਿੱਚ ਵੰਡੇ ਹੋਏ ਆ। ਕਿਹੜੇ? ਸਵਰ ਅਤੇ ਵਿਅੰਜਨ। ਸਵਰ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ ਬੋਲਣ ਲਈ ਸਾਡੇ ਸਰੀਰ ਦਾ ਕੋਈ ਵੀ ਅੰਗ ਰੁਕਾਵਟ ਨਹੀਂ ਪਾਉਂਦਾ। ਨਾ ਜੀਭ ਪਾਉਂਦੀ ਆ, ਨਾ ਦੰਦ ਪਾਉਂਦੇ ਆ। ਠੀਕ ਹੈ, ਇੱਦਾਂ ਦਾ, ਨਾ ਬੁੱਲ ਪਾਉਂਦੇ ਆ। ਜਿਵੇਂ ਮੈਂ ਪੱਪਾ, ਫੱਫਾ, ਬੱਬਾ ਬੋਲਾਂ, ਇਹ ਲਾਈਨ ਜਦੋਂ ਮੈਂ ਬੋਲਦੀ ਆ, ਮੇਰੇ ਬੁੱਲ ਆ ਜਿਹੜੇ ਅੰਦਰਲੀ ਹਵਾ ਨੂੰ ਰੋਕਦੇ ਆ, ਬੁੱਲ ਆਪਸ 'ਚ ਜੁੜ ਜਾਂਦੇ ਆ। ਪਰ ਸਵਰ ਕੀ ਹੁੰਦੇ ਆ? ਸਵਰ ਉਹ ਹੁੰਦੇ ਆ ਜਿਨ੍ਹਾਂ ਨੂੰ ਬੋਲਦੇ ਸਮੇਂ ਸਾਡੇ ਸਰੀਰ ਦਾ ਕੋਈ ਵੀ ਅੰਗ ਰੁਕਾਵਟ ਨਹੀਂ ਪਾਉਂਦਾ, ਹਵਾ ਡਾਇਰੈਕਟ ਅੰਦਰੋਂ ਬਾਹਰ ਨਿਕਲਦੀ ਆ। ਤੇ ਇਹ ਹੁੰਦੇ ਆ ਸਵਰ। ਠੀਕ ਹੈ, 3 ਹੁੰਦੇ ਆ, ਇਹ ਊੜਾ, ਆੜਾ, ਈੜੀ। ਤੇ ਉਸ ਤੋਂ ਬਾਅਦ ਜਿੰਨੇ ਵੀ ਬਣਦੇ ਆ ਉਹ ਹੈਗੇ ਆ ਵਿਅੰਜਨ। ਇਹਨਾਂ ਨੂੰ ਬੋਲਦੇ ਸਮੇਂ ਸਾਡੇ ਸਰੀਰ ਦਾ ਕੋਈ ਨਾ ਕੋਈ ਅੰਗ ਰੁਕਾਵਟ ਪਾਉਂਦਾ। ਠੀਕ ਹੈ, ਜਿਵੇਂ ਕੱਕਾ, ਖੱਖਾ, ਗੱਗਾ ਲੈ ਲਈਏ, ਇਹਦੇ ਲਈ ਸਾਡੀ ਜੀਭ ਉੱਪਰੋਂ ਫੁੱਲ ਜਾਂਦੀ ਆ, ਵਿਚਾਲੇ ਸੈਂਟਰ ਦੇ ਵਿੱਚੋਂ ਜਾ ਕੇ ਫੁੱਲ ਜਾਂਦੀ। ਪਿਛਲਾ ਹਿੱਸਾ ਨਾ ਜੀਭ ਦਾ, ਉਹ ਫੁੱਲਦਾ, ਥੋੜ੍ਹਾ ਜਿਹਾ ਤਾਲੂ ਨਾਲ ਲੱਗਣ ਤੱਕ ਜਾਂਦਾ। ਕੱਕਾ, ਖੱਖਾ, ਗੱਗਾ, ਘੱਗਾ, ਨਈਆਂ। ਠੀਕ ਹੈ, ਐਂ ਆਪਾਂ ਗੱਲ ਕਰਦੇ ਹਾਂ। ਤਾਂ ਅਗਲਾ ਪ੍ਰਸ਼ਨ, ਕਮਰਾ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ? ਹਾਂਜੀ, ਨਾਮ 5 ਤਰ੍ਹਾਂ ਦੇ ਹੁੰਦੇ ਆ। ਠੀਕ ਹੈ, ਕਿਹੜੇ ਹੁੰਦੇ ਆ? ਆਮ ਨਾਮ, ਖਾਸ ਨਾਮ, ਵਸਤੂਵਾਚਕ ਨਾਮ, ਭਾਵਵਾਚਕ ਨਾਮ। ਠੀਕ ਹੈ, ਇਹ 5 ਤਰ੍ਹਾਂ ਦੇ ਹੁੰਦੇ ਆ ਜਿਹੜੇ ਨਾਮ ਹੁੰਦੇ ਆ। ਤੇ ਜਿਹੜੇ ਨਾਮ 5 ਤਰ੍ਹਾਂ ਦੇ ਹੁੰਦੇ ਆ, ਤੇ ਕਮਰੇ ਦੀ ਵੀ ਪੁੱਛਿਆ ਵੀ ਕਮਰਾ ਕਿਹੜੀ ਕਿਸਮ ਆ?
ਤਾਂ ਕਮਰਾ ਤਾਂ ਇੱਕ ਆਮ ਨਾਮ ਆ ਨਾ, ਕੋਈ ਵਸਤੂ ਨਹੀਂ ਗੀ। ਵਸਤੂ ਹੁੰਦਾ ਵਾ ਸੋਨਾ। ਭਾਵਵਾਚਕ ਕਿਹੜੇ ਹੁੰਦੇ ਆ? ਖੁਸ਼ੀ, ਗਮੀ, ਹੈਰਾਨੀ, ਕੋਈ ਦੁਖੀ ਹੁੰਦਾ। ਜਿਹੜੀ ਚੀਜ਼ ਨੂੰ ਅਸੀਂ ਦੇਖ ਨਾ ਸਕਦੇ ਹੋਈਏ, ਕੇਵਲ ਮਹਿਸੂਸ ਕਰ ਸਕਦੇ ਹੋ, ਉਹਨੂੰ ਭਾਵਵਾਚਕ ਕਹਿੰਦੇ ਆ। ਵਸਤੂਵਾਚਕ ਦੇ ਵਿੱਚ ਆ ਜਾਂਦਾ ਸੋਨਾ, ਘਿਓ, ਹਲਦੀ, ਇਹ ਸਾਰੀਆਂ ਵਸਤੂਆਂ। ਖਾਸ ਨਾਮ ਕੋਈ ਖਾਸ ਨਾਮ ਜਿਹੜਾ ਹੁੰਦਾ ਵਾ, ਜਿਵੇਂ ਜਲੰਧਰ ਹੋ ਗਿਆ, ਇੱਕ ਖਾਸ ਨਾਮ ਆ। ਠੀਕ ਹੈ, ਸ਼ਹੀਦ ਭਗਤ ਸਿੰਘ ਹੋ ਗਿਆ, ਇਹ ਇੱਕ ਖਾਸ ਨਾਮ ਆ। ਕਮਰਾ ਸ਼ਬਦ ਨਾਮ ਦੀ ਕਿਸਮ ਆ ਆਮ ਨਾਮ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਜੋ ਨਾਮ ਉਹਨਾਂ ਚੀਜ਼ਾਂ ਦਾ ਜਾਂ ਭਾਵਾਂ ਲਈ ਵਰਤੇ ਜਾਣ ਜਿਨ੍ਹਾਂ ਦਾ ਸਰੀਰ ਜਾਂ ਆਕਾਰ ਨਾ ਹੋਵੇ, ਉਹਨਾਂ ਨੂੰ ਕੀ ਬੋਲਦੇ ਨੇ? ਖਾਸ ਨਾਮ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਹਾਂਜੀ, ਅਗਲਾ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਵਿੱਚੋਂ ਕਿਰਿਆ ਚੁਣੋ। ਹਾਂਜੀ, ਜਿਵੇਂ ਕਿਰਿਆ ਚੁਣੋ ਦਾ ਮਤਲਬ ਆ ਕਿ ਜਿਵੇਂ ਮੈਂ ਤੁਹਾਨੂੰ ਬੋਲਾਂ ਕਿ ਰਾਮ ਸੁੱਤਾ ਪਿਆ ਹੈ, ਜਾਂ ਫਿਰ ਆਪਾਂ ਬੋਲੀਏ ਕਿ ਉਹ ਚਾਹ ਪੀਂਦਾ ਹੈ, ਤਾਂ ਪੀਂਦਾ ਕੀ ਹੋ ਗਿਆ? ਕਿਰਿਆ। ਹੇਠ ਲਿਖੀਆਂ ਸ਼ਬਦਾਂ ਵਿੱਚੋਂ ਕਿਰਿਆ ਚੁਣੋ। ਕਿਰਿਆ ਹੈਗੀ ਆ ਹੱਸਦੇ, ਖੇਡਦੇ, ਨੱਚਦੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਜਿਸ ਵਾਕ ਵਿੱਚ ਕਰਮ ਨਾ ਹੋਵੇ, ਕੇਵਲ ਕਰਤਾ ਹੀ ਹੋਵੇ, ਉੱਥੇ ਕਿਹੜੀ ਕਿਰਿਆ ਹੋਵੇਗੀ? ਹਾਂਜੀ, ਜਿਹੜੇ ਵਾਕ ਦੇ ਵਿੱਚ ਕਰਮ ਨਾ ਹੋਵੇ, ਕੇਵਲ ਕਰਤਾ ਹੋਵੇ, ਜਿਵੇਂ ਰਾਮ ਸੁੱਤਾ ਹੈ, ਮੈਂ ਇੱਥੇ ਲਿਖਤਾ ਰਾਮ ਸੁੱਤਾ ਹੈ। ਹੁਣ ਕੀ ਆ? ਇਹਦੇ ਵਿੱਚ ਕਰਮ ਨੀਗਾ, ਕੇਵਲ ਕਰਤਾ ਵਾ। ਕਰਤਾ ਕੌਣ ਆ? ਰਾਮ ਸੁੱਤਾ। ਠੀਕ ਹੈ, ਤੇ ਪਰ ਕਰਮ ਨੀਗਾ। ਜਿਸ ਵਾਕ ਵਿੱਚ ਕਰਮ ਨਾ ਹੋਵੇ, ਕੇਵਲ ਕਰਤਾ ਹੋਵੇ, ਉੱਥੇ ਅਸੀਂ ਆਕਰਮਕ ਕਿਰਿਆ ਬੋਲਦੇ ਹਾਂ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਹਾਂਜੀ, ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਆ? 5 ਤਰ੍ਹਾਂ ਦੇ ਹੁੰਦੇ ਆ। ਵਿਸ਼ੇਸ਼ਣ ਦਾ ਮਤਲਬ ਹੁੰਦਾ ਕਿਸੇ ਦੀ ਵਿਸ਼ੇਸ਼ਤਾ ਦੱਸਣੀ। ਜਿਵੇਂ ਮੈਂ ਤੁਹਾਨੂੰ ਬੋਲਾਂ ਕਿ ਉਹ ਲੜਕੀ ਬਹੁਤ ਹੁਸ਼ਿਆਰ ਹੈ, ਮਤਲਬ ਮੈਂ ਕਿਸੇ ਲੜਕੀ ਦੀ ਤੁਹਾਨੂੰ ਵਿਸ਼ੇਸ਼ਤਾ ਦੱਸ ਰਹੀ ਹਾਂ। ਜਾਂ ਉਹ ਕਾਲਾ ਹੈ, ਤਾਂ ਮਤਲਬ ਮੈਂ ਉਹਦੀ ਵਿਸ਼ੇਸ਼ਤਾ ਦੱਸ ਰਹੀ ਹਾਂ ਕਿ ਉਸਦਾ ਰੰਗ ਕਾਲਾ ਹੈ। ਜਾਂ ਮੈਂ ਤਾਂ ਕਹਾਂ ਕਿ ਉਸਦੀ ਪੱਗ ਦਾ ਰੰਗ ਲਾਲ ਹੈ, ਮਤਲਬ ਮੈਂ ਪੱਗ ਦੀ ਵਿਸ਼ੇਸ਼ਤਾ ਦੱਸ ਰਹੀ ਹਾਂ ਕਿ ਪੱਗ ਲਾਲ ਹੈ। ਠੀਕ ਹੈ। ਅਗਲਾ ਪ੍ਰਸ਼ਨ, ਨਾਮ ਜਾਂ ਪੜਨਾਮ ਦੀ ਗਿਣਤੀ ਦੱਸਣ ਵਾਲੇ ਕਿਹੜੇ ਵਿਸ਼ੇਸ਼ਣ ਹੁੰਦੇ ਹਨ? ਹਾਂਜੀ, ਜਿਹੜੇ ਨਾਮ ਜਾਂ ਪੜਨਾਮ ਦੀ ਗਿਣਤੀ ਦੱਸਣ, ਉਹ ਕਿਹੜੇ ਵਿਸ਼ੇਸ਼ਣ ਹੁੰਦੇ ਆ? ਗਿਣਤੀ ਦੱਸਣ ਵਾਲੇ ਨੂੰ ਅਸੀਂ ਬੋਲਦੇ ਹਾਂ ਜੀ ਸੰਖਿਅਕ ਵਾਚਕ ਵਿਸ਼ੇਸ਼ਣ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਨਾਮ ਜਾਂ ਪੜਨਾਮ ਦੀ ਗਿਣਤੀ ਦੱਸਣ ਵਾਲੇ ਵਿਸ਼ੇਸ਼ਣ ਨੂੰ ਅਸੀਂ ਬੋਲਦੇ ਹਾਂ ਸੰਖਿਆ ਵਾਚਕ ਵਿਸ਼ੇਸ਼ਣ। ਅਗਲਾ ਪ੍ਰਸ਼ਨ, ਸੰਬੰਧਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਹਾਂਜੀ, ਸੰਬੰਧਕ 3 ਤਰ੍ਹਾਂ ਦੇ ਹੁੰਦੇ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਜਿਹੜੇ ਸੰਬੰਧਕੀ ਸ਼ਬਦ ਆਪਣਾ ਰੂਪ ਬਦਲ ਲੈਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜਿਹੜੇ ਸੰਬੰਧਕੀ ਸ਼ਬਦ ਆਪਣਾ ਰੂਪ ਬਦਲ ਲੈਣ, ਉਹਨਾਂ ਨੂੰ ਅਸੀਂ ਆਪੂਰਨ ਕਹਿੰਦੇ ਹਾਂ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਜਿਹੜੇ ਸੰਬੰਧਕੀ ਸ਼ਬਦ ਆ ਆਪਣਾ ਰੂਪ ਬਦਲ ਲੈਂਦੇ ਆ, ਉਹਨਾਂ ਨੂੰ ਅਸੀਂ ਆਪੂਰਨ ਬੋਲਦੇ ਹਾਂ। ਅਗਲਾ ਪ੍ਰਸ਼ਨ, ਲਿੰਗ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਹਾਂਜੀ, ਲਿੰਗ 2 ਤਰ੍ਹਾਂ ਦੇ ਹੁੰਦੇ ਆ, ਇੱਕ ਇਸਤਰੀ ਲਿੰਗ ਤੇ ਦੂਜਾ ਪੁਲਿੰਗ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਰਾਗ ਸ਼ਬਦ ਦਾ ਇਸਤਰੀ ਲਿੰਗ ਚੁਣੋ। ਹਾਂਜੀ, ਰਾਗ ਸ਼ਬਦ ਦਾ ਇਸਤਰੀ ਲਿੰਗ ਚੁਣਨਾ, ਤਾਂ ਰਾਗ ਦਾ ਇਸਤਰੀ ਲਿੰਗ ਹੋਊਗਾ ਰਾਗਨੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਇਸਤਰੀ ਲਿੰਗ ਚੁਣਨਾ ਇਹਨਾਂ ਵਿੱਚੋਂ ਕਿਹੜਾ ਵਾ? ਗੱਭਰੂ, ਮੱਛੀ, ਹਾਰ ਜਾਂ ਪੂਰਵਨ। ਤਾਂ ਰਾਈਟ ਆਨਸਰ ਹੈ ਜੀ ਮੱਛੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਅੱਖ ਸ਼ਬਦ ਦਾ ਬਹੁਵਚਨ ਚੁਣੋ। ਹਾਂਜੀ, ਅੱਖ ਸ਼ਬਦ ਦਾ ਬਹੁਵਚਨ ਚੁਣੋ। ਬਹੁਵਚਨ ਦਾ ਮਤਲਬ ਹੁੰਦਾ, ਜਿਵੇਂ ਮੈਂ ਬੋਲਾਂ ਕਿ ਅੱਜ ਮੇਰੀ ਅੱਖ ਦੁਖ ਰਹੀ ਆ, ਤੇ ਇਹਦਾ ਮਤਲਬ ਕੀ ਆ ਕਿ ਮੇਰੀ ਇਕੱਲੀ ਅੱਖ ਦੁਖ ਰਹੀ ਆ। ਅੱਖ ਸ਼ਬਦ ਦਾ ਬਹੁਵਚਨ ਕੀ ਹੋਊਗਾ? ਅੱਖਾਂ, ਕਿ ਅੱਜ ਮੇਰੀਆਂ ਅੱਖਾਂ ਦੁਖ ਰਹੀਆਂ ਨੇ, ਮਤਲਬ ਦੋਵੇਂ ਹੀ ਦੁਖ ਰਹੀਆਂ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। ਇਹਦਾ ਮਤਲਬ ਹੋਗਾ ਬਹੁਵਚਨ, ਜਦੋਂ ਇੱਕ ਤੋਂ ਜ਼ਿਆਦਾ ਦੀ ਗੱਲ ਹੋਗੀ। ਤਾਂ ਅਗਲਾ ਪ੍ਰਸ਼ਨ, ਇੱਕ ਤੋਂ ਵੱਧ ਵਸਤੂਆਂ, ਸਥਾਨਾਂ ਜਾਂ ਵਿਅਕਤੀਆਂ ਬਾਰੇ ਵਰਤੇ ਜਾਂਦੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜਿਹੜੇ ਸ਼ਬਦ ਇੱਕ ਤੋਂ ਵੱਧ ਵਸਤੂਆਂ, ਸਥਾਨਾਂ ਲਈ ਵਰਤੇ ਜਾਣ, ਉਹਨਾਂ ਨੂੰ ਕੀ ਬੋਲਦੇ ਆ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਬਹੁਵਚਨ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਬਹੁਵਚਨ ਚੁਣੋ। ਹਾਂਜੀ, ਇਹਨਾਂ ਦੇ ਵਿੱਚੋਂ ਬਹੁਵਚਨ ਕੀ ਆ? ਦੇਖੋ, ਘੜੀ ਇਕੱਲੀ ਦੀ ਗੱਲ ਹੋ ਰਹੀ ਆ, ਇਕੱਲਾ ਬਹੁਵਚਨ ਨਹੀਂ ਹੁੰਦਾ, ਇਕੱਲਾ ਇੱਕ ਸ਼ਬਦ ਆ ਜਿਹੜਾ ਕਿ ਵਚਨ ਬੋਲ ਸਕਦੇ ਹਾਂ ਆਪਾਂ। ਠੀਕ ਹੈ, ਮੋਮਬੱਤੀ ਵੀ ਇਕੱਲੀ ਆ, ਕੌਲੀ ਵੀ ਇਕੱਲੀ ਆ, ਪਰ ਚਾਬੀਆਂ ਬਹੁਤ ਜ਼ਿਆਦਾ ਨੇ। ਜੇ ਇਕੱਲੀ ਚਾਬੀ ਲਿਖਿਆ ਹੁੰਦਾ, ਮਤਲਬ ਕਿਸੇ ਇੱਕ ਦੀ ਗੱਲ ਹੋ ਰਹੀ ਸੀ। ਠੀਕ ਹੈ, ਹੁਣ ਇੱਥੇ ਇਹਦਾ ਮਤਲਬ ਕੀ ਆ? ਚਾਬੀਆਂ ਲਿਖਿਆ ਵਾ, ਮਤਲਬ ਬਹੁਤ ਦੀ ਗੱਲ ਹੋ ਰਹੀ ਆ। ਠੀਕ ਹੈ ਜੀ, ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਵਾਕ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਵਾਕ ਦੇ ਵਿੱਚ
ਬਾਗ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਬਾਗ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਅਸੀਂ ਕਰਤਾ ਕਾਰਕ ਬੋਲਦੇ ਹਾਂ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਕਾਰਕ ਚਿੰਨ੍ਹ ਕਿਸ ਦੇ ਨਾਲ ਲਗਾਏ ਜਾਂਦੇ ਹਨ? ਹਾਂਜੀ, ਕਾਰਕ ਚਿੰਨ੍ਹ ਨਾਮ ਜਾਂ ਪੜਨਾਮ ਦੇ ਨਾਲ ਲਗਾਏ ਜਾਂਦੇ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਬਾਗ ਵਿੱਚ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਬਾਗ ਦੇ ਵਿੱਚ ਜਿਹੜੇ ਸ਼ਬਦ ਨਾਂ ਦੀ ਥਾਂ ਵਰਤੇ ਜਾਣ ਉਹਨਾਂ ਨੂੰ ਅਸੀਂ ਪੜਨਾਮ ਬੋਲਦੇ ਹਾਂ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਪੁਰਖਵਾਚਕ ਪੜਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਹਾਂਜੀ, ਪੁਰਖਵਾਚਕ ਪੜਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਆ? ਦੱਸੋ ਕਿਹੜੇ ਕਿਹੜੇ ਹੁੰਦੇ ਆ? ਉੱਤਮ ਪੁਰਖ, ਠੀਕ ਹੈ, ਉੱਤਮ ਪੁਰਖ ਹੁੰਦੀ ਆ ਪਹਿਲੀ ਟਾਈਪ ਪੁਰਖਵਾਚਕ ਪੜਨਾਮ ਦੀ। ਫਿਰ ਸੈਕਿੰਡ ਹੁੰਦਾ ਮੱਧਮ ਪੁਰਖ, ਠੀਕ ਹੈ, ਉਸ ਤੋਂ ਬਾਅਦ ਅਨਿਆ ਪੁਰਖ। 3 ਪ੍ਰਕਾਰ ਦੇ ਹੁੰਦੇ ਆ ਇਹ ਜਿਹੜੇ ਪੜਨਾਮ ਆ, ਪੁਰਖਵਾਚਕ ਪੜਨਾਮ, ਠੀਕ ਹੈ। ਉੱਤਮ ਪੁਰਖ, ਮੱਧਮ ਪੁਰਖ ਤੇ ਅਨਿਆ ਪੁਰਖ, ਇਹ ਹੁੰਦੇ ਆ 3 ਤਰ੍ਹਾਂ ਦੇ। ਉੱਤਮ ਪੁਰਖ ਕੌਣ ਹੁੰਦਾ? ਜਿਹੜਾ ਬੰਦਾ ਗੱਲ ਕਰ ਰਿਹਾ, ਜਿਵੇਂ ਮੈਂ, ਅਸੀਂ, ਠੀਕ ਹੈ, ਜਿਹੜਾ ਬੰਦਾ ਆਪ ਦੇ ਬਾਰੇ ਗੱਲ ਕਰ ਰਿਹਾ, ਆਪ ਗੱਲ ਕਰ ਰਿਹਾ, ਆਪਦੇ ਬਾਰੇ ਦੱਸ ਰਿਹਾ। ਮੱਧਮ ਪੁਰਖ ਕੀ ਹੁੰਦਾ? ਜਿਹੜਾ ਜਦੋਂ ਆਪਾਂ ਕਿਸੇ ਬਾਰੇ ਗੱਲ ਕਰਦੇ ਹਾਂ, ਜਿਵੇਂ ਤੂੰ, ਤੁਸੀਂ, ਤੁਹਾਡਾ। ਅਨਿਆ ਪੁਰਖ ਕੀ ਹੁੰਦਾ? ਜਦੋਂ 2 ਬੰਦੇ ਕਿਸੇ ਤੀਜੇ ਦੀ ਗੱਲ ਕਰ ਰਹੇ ਹੋਣ, ਠੀਕ ਹੈ, ਉਹਨਾਂ ਦੇ, ਉਹ ਕਹਿ ਕੇ, ਠੀਕ ਹੈ, ਇੱਦਾਂ। ਤਾਂ ਇਹ ਹੁੰਦੇ ਆ ਜੀ ਆਪਣੇ ਕੋਲ 3 ਪੁਰਖਵਾਚਕ ਪੜਨਾਮ। ਤਾਂ ਰਾਈਟ ਆਨਸਰ ਹੈ ਆਪਸ਼ਨ ਬੀ। ਅਗਲਾ ਪ੍ਰਸ਼ਨ, ਕਾਲ ਦੇ ਕਿੰਨੇ ਭਾਗ ਹੁੰਦੇ ਹਨ? ਹਾਂਜੀ, ਕਾਲ ਕੀ ਹੁੰਦਾ? ਸਮਾਂ ਕਿਹੜਾ ਹੁੰਦਾ ਵਾ? ਇੱਕ ਤਾਂ ਲੰਘ ਚੁੱਕਿਆ, ਜਿਹਨੂੰ ਅਸੀਂ ਕੀ ਬੋਲਦੇ ਹਾਂ? ਜਿਹਨੂੰ ਅਸੀਂ ਬੋਲਦੇ ਹਾਂ ਜੀ ਅਤੀਤ, ਠੀਕ ਹੈ, ਜਿਹੜਾ ਲੰਘ ਚੁੱਕਿਆ ਸਮਾਂ ਵਾ। ਤੇ ਪਾਸਟ ਜਿਹਨੂੰ ਬੋਲ ਦਿੰਦੇ ਆ। ਫਿਰ ਇੱਕ ਹੁੰਦਾ ਵਾ ਵਰਤਮਾਨ ਕਾਲ ਜਿਹੜਾ ਚੱਲ ਰਿਹਾ ਵਾ, ਜਾਣੀ ਕਿ ਪ੍ਰੈਜ਼ੈਂਟ। ਤੇ ਇੱਕ ਹੁੰਦਾ ਫਿਊਚਰ, ਜਾਣੀ ਕਿ ਭਵਿੱਖ ਕਾਲ। ਤਾਂ ਕਿੰਨੇ ਭੇਦ ਹੋ ਗਏ ਕਾਲ ਦੇ? 3। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਹਾਂਜੀ, ਅੱਗੇ ਆ ਗਿਆ ਭਵਿੱਖ ਕਾਲ। ਭਵਿੱਖ ਕਾਲ ਦੇਖੋ ਕਿਹੜਾ ਹੋਊਗਾ? ਭਵਿੱਖ ਕਾਲ ਕਿਹਨੂੰ ਬੋਲਦੇ ਹਾਂ ਅਸੀਂ? ਜਿਹੜਾ ਆਉਣ ਵਾਲਾ ਸਮਾਂ ਹੁੰਦਾ, ਫਿਊਚਰ ਨੂੰ, ਠੀਕ ਹੈ। ਅਸੀਂ ਕੱਲ ਆਵਾਂਗੇ ਜਾਂ ਮੈਂ ਕੱਲ ਆਵਾਂਗੀ, ਠੀਕ ਹੈ, ਇਹ ਕੰਮ ਅਸੀਂ ਕੱਲ ਕਰਾਂਗੇ। ਤਾਂ ਇੱਥੇ ਕਿਹੜਾ ਸ਼ਬਦ ਹੋਊਗਾ? ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ? ਹਾਂਜੀ, ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? 8 ਹੁੰਦੀਆਂ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਿਹੜੀਆਂ ਕਿਹੜੀਆਂ? ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਕਾਰਣਵਾਚਕ ਕਿਰਿਆ ਵਿਸ਼ੇਸ਼ਣ, ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਨਿਰਣਾਵਾਚਕ ਕਿਰਿਆ ਵਿਸ਼ੇਸ਼ਣ, ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹਾਂਜੀ, ਮਿਣਤੀਵਾਚਕ ਕਿਰਿਆ ਵਿਸ਼ੇਸ਼ਣ, ਠੀਕ ਹੈ, ਜਿਹੜੀ ਮਿਣਤੀ ਆ ਉਹ ਕਿਹੜੀ ਹੈ ਇਹਦੇ ਵਿੱਚੋਂ? ਦੱਸੋ ਜਲਦੀ ਨਾਲ। ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਸੀ, ਚੌਥਾ, ਥੋੜਾ, ਵੱਧ, ਠੀਕ ਹੈ। ਤਾਂ ਰਾਈਟ ਆਨਸਰ ਹੈ ਆਪਸ਼ਨ ਸੀ। ਅਗਲਾ ਪ੍ਰਸ਼ਨ, ਉਹ ਗਰੀਬ ਹੈ ਫਿਰ ਵੀ ਖੁੱਲਾ ਦਿਲ ਵਾਲਾ ਹੈ। ਵਾਕ ਵਿੱਚ ਯੋਜਕ ਸ਼ਬਦ ਕਿਹੜਾ ਹੈ? ਹਾਂਜੀ, ਯੋਜਕ ਕੀ ਹੁੰਦਾ? ਜਿਹੜਾ 2 ਸ਼ਬਦਾਂ ਦੇ ਵਿਚਕਾਰ ਸੰਬੰਧ ਬਣਾ ਦੇਵੇ। ਦੇਖੋ ਇੱਥੇ ਕੀ ਆ ਕਿ ਉਹ ਗਰੀਬ ਹੈ ਫਿਰ ਵੀ ਖੁੱਲੇ ਦਿਲ ਵਾਲਾ ਹੈ। ਫਿਰ ਵੀ ਹੈ ਜਿਹੜਾ ਇਹਨੇ 2 ਵਾਕਾਂ ਦੇ ਵਿਚਕਾਰ ਸੰਬੰਧ ਬਣਾਤਾ ਕਿ ਉਹ ਗਰੀਬ ਆ ਪਰ ਫਿਰ ਵੀ ਖੁੱਲੇ ਦਿਲ ਵਾਲਾ। ਇੱਥੋਂ ਸਾਨੂੰ ਫਿਰ ਵੀ ਤੋਂ ਪਤਾ ਲੱਗ ਗਿਆ ਕਿ ਇੱਕੋ ਬੰਦੇ ਦੀ ਗੱਲ ਹੋ ਰਹੀ ਆ ਤੇ ਇੱਕ ਵਾਕ ਦੇ ਵਿੱਚ 2 ਵਾਕਾਂ ਤੋਂ ਇਹਨੇ ਇੱਕ ਬਣਾਤਾ ਫਿਰ ਵੀ ਨੇ, ਠੀਕ ਹੈ। ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ, ਠੀਕ ਹੈ ਜੀ। ਅਗਲਾ ਪ੍ਰਸ਼ਨ, ਬੁਰਾ। ਹਾਂਜੀ, ਬੁਰੇ ਸ਼ਬਦ ਦਾ ਤੁਸੀਂ ਲਿਖਣਾ ਹੈ ਵਿਰੋਧੀ ਸ਼ਬਦ। ਬੁਰੇ ਦਾ ਵਿਰੋਧੀ ਸ਼ਬਦ ਕੀ ਹੋਊਗਾ? ਬੁਰੇ ਦਾ ਆਪੋਜ਼ਿਟ ਹੁੰਦਾ ਭਲਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਵੈਰੀ। ਹਾਂਜੀ, ਵੈਰੀ ਦਾ ਵਿਰੋਧੀ ਸ਼ਬਦ ਕੀ ਹੋਊਗਾ? ਵੈਰੀ ਦੁਸ਼ਮਣ ਹੁੰਦਾ ਵਾ, ਠੀਕ ਹੈ। ਤਾਂ ਇਹਦਾ ਵਿਰੋਧੀ ਸ਼ਬਦ ਕੀ ਹੋਊਗਾ? ਮਿੱਤਰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਹਾਂਜੀ, ਲੋਕ। ਲੋਕ ਦਾ ਤੁਸੀਂ ਲਿਖਣਾ ਵਾ, ਪਹਿਲਾਂ ਅਸੀਂ ਵਿਰੋਧੀ ਸ਼ਬਦ ਕੀਤੇ ਆ, ਹੁਣ ਅਸੀਂ ਕੀ ਕਰਨੇ ਆ? ਵਿਰੋਧੀ ਸ਼ਬਦ ਹੀ ਕਰ ਰਹੇ ਹਾਂ। ਪਰ ਲੋਕ ਦਾ ਵਿਰੋਧੀ ਸ਼ਬਦ ਕੀ ਹੋਊਗਾ? ਪਰਲੋਕ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਸੇਕਣਾ। ਹਾਂਜੀ, ਸੇਕਣਾ, ਸੇਕਣਾ ਲਿਖਿਆ ਵਾ ਤਾਂ ਇਹਦਾ ਤੁਸੀਂ ਦੱਸਣਾ ਵਾ ਜੀ ਕਿ ਇੱਕ ਮਤਲਬ ਕਿ ਬਹੁਵਚਨ ਤੋਂ ਇਕਹਿਰਾ ਵਚਨ ਬਣਾਉਣਾ ਵਾ, ਇੱਕ ਲਿਖਣਾ ਵਾ, ਠੀਕ ਹੈ। ਤਾਂ ਇਸ ਦਾ ਰਾਈਟ ਆਨਸਰ ਹੋਊਗਾ ਜੀ ਸੇਕ। ਸੇਕ ਦਾ ਸੇਕਣਾ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ
ਖੇਡਣਾ। ਹਾਂਜੀ ਖੇਡਣਾ ਕਿਹਦੇ ਤੋਂ ਬਣਿਆ? ਖੇਡ ਤੋਂ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਗਾਉਣਾ। ਹਾਂਜੀ ਗਾਉਣਾ ਦਾ ਇੱਥੇ ਕੀ ਬਣਿਆ? ਗੀਤ ਗਾਉਣਾ। ਠੀਕ ਹੈ, ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ ਅਸੀਂ ਕਰਦੇ ਛਾਤੀ। ਹਾਂਜੀ ਇੱਥੋਂ ਸਾਨੂੰ ਪਤਾ ਲੱਗ ਰਿਹਾ ਅਸੀਂ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖਣਾ ਵਾ, ਜਾਣੀ ਕਿ ਉਹਨੇ ਸ਼ਾਂਤੀ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਨੂੰ ਉਹਨੇ ਸ਼ਾਂਤੀ ਪਾਇਆ ਹੋਇਆ ਵਾ। ਠੀਕ ਹੈ, ਤਾਂ ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ, ਸ਼ਾਂਤੀ। ਨੈਕਸਟ ਹੈ ਜੀ ਗਹਿਣਾ। ਹੁਣ ਇੱਥੋਂ ਪਤਾ ਲੱਗ ਰਿਹਾ ਉਹਨੇ ਗਹਿਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਤਾਂ ਰਾਈਟ ਆਂਸਰ ਕੀ ਬਣ ਰਿਹਾ ਇੱਥੇ? ਗਹਿਣਾ। ਗਹਿਣਾ ਕਿਵੇਂ ਪਊਗਾ? ਆਪਸ਼ਨ ਏ ਰਾਈਟ ਆਂਸਰ ਹੈ। ਅੱਗੇ ਸ਼ਹਿਰ, ਉਹਨੇ ਸ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਆ। ਠੀਕ ਹੈ, ਤੇ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਸੱਸਾ। ਨੈਕਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਵਾਕ ਵਿੱਚ ਕਾਮੇ ਨਾਲੋਂ ਵੱਧ, ਕੌਮੇ ਨਾਲੋਂ, ਹਾਂਜੀ ਕੌਮਾ ਹੁੰਦਾ ਨਾ, ਕੌਮਾ, ਜਦੋਂ ਵਾਕ ਦੇ ਵਿੱਚ ਕੌਮੇ ਨਾਲੋਂ ਵੱਧ ਠਹਿਰਾਓ ਹੋਵੇ ਤਾਂ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਹਾਂਜੀ ਜਦੋਂ ਅਸੀਂ ਇੱਕ ਵਾਕ ਦੇ ਵਿੱਚ ਥੋੜਾ ਜਿਹਾ ਬੋਲ ਕੇ ਰੁਕ ਜਾਈਏ, ਠੀਕ ਹੈ, ਤਾਂ ਉੱਥੇ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਕੌਮੇ ਦੀ। ਪਰ ਜਿੱਥੇ ਜ਼ਿਆਦਾ ਠਹਿਰਾਓ ਪਾਉਣਾ ਪੈਂਦਾ ਵਾ, ਬੋਲਣ ਤੋਂ ਬਾਅਦ ਥੋੜਾ ਜ਼ਿਆਦਾ ਰੁਕ ਜਾਈਏ, ਜਿਵੇਂ ਆਪਾਂ ਕਹਿੰਦੇ ਆ ਵਾਹ, ਠੀਕ ਹੈ, ਫਿਰ ਆਪਾਂ ਜ਼ਿਆਦਾ ਰੁਕ ਜਾਂਦੇ ਨਾ, ਫਿਰ ਅਗਲੀ ਲਾਈਨ ਬੋਲਦੇ ਹਾਂ। ਜਾਂ ਆਪਾਂ ਕਹਿੰਦੇ ਧੰਨ ਭਾਗ ਅੱਜ ਸਾਡੇ ਘਰ ਤੁਸੀਂ ਆਏ ਹੋ, ਤਾਂ ਇੱਥੇ ਜ਼ਿਆਦਾ ਉਹ ਪੈਂਦਾ ਠਹਿਰਾਓ, ਤਾਂ ਇੱਥੇ ਅਸੀਂ ਬਿਸਮਿਕ ਵਰਤਦੇ ਹਾਂ, ਇਹ ਚਿੰਨ੍ਹ। ਅਗਲਾ ਪ੍ਰਸ਼ਨ ਆ ਬਿਸਮਿਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਹਾਂਜੀ ਬਿਸਮਿਕ 9 ਪ੍ਰਕਾਰ ਦੇ ਹੁੰਦੇ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਕਿਹੜੇ ਕਿਹੜੇ? ਪ੍ਰਸ਼ੰਸਾਵਾਚਕ ਬਿਸਮਿਕ, ਸ਼ੋਕਵਾਚਕ ਬਿਸਮਿਕ, ਹੈਰਾਨੀਵਾਚਕ ਬਿਸਮਿਕ, ਸੂਚਨਾਵਾਚਕ ਬਿਸਮਿਕ, ਸੰਬੋਧਨੀ ਬਿਸਮਿਕ, ਸਤਿਕਾਰਵਾਚਕ ਬਿਸਮਿਕ, ਫਿਟਕਾਰ ਬਿਸਮਿਕ, ਅਸ਼ੀਸ਼ਵਾਚਕ ਬਿਸਮਿਕ। ਠੀਕ ਹੈ, ਤੇ 9 ਪ੍ਰਕਾਰ ਦੇ ਹੁੰਦੇ ਆ ਬਿਸਮਿਕ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਕਿਹੜਾ ਸ਼ਬਦ ਖੂਬੀ ਸ਼ਬਦ ਦਾ ਸਮਾਨਾਰਥਿਕ ਨਹੀਂ ਹੈ? ਹਾਂਜੀ ਕਿਹੜਾ ਸ਼ਬਦ ਆ ਜਿਹੜਾ ਖੂਬੀ ਦਾ ਸਮਾਨਾਰਥਿਕ ਨਹੀਂ ਹੈ? ਖੂਬੀ ਦਾ ਮੀਨਿੰਗ ਕੀ ਹੁੰਦਾ? ਗੁਣ, ਵਿਸ਼ੇਸ਼ਤਾ, ਖਾਸੀਅਤ। ਠੀਕ ਹੈ, ਬਹੁਤਾਤ ਆ ਜਿਹੜਾ ਇਹ ਖੂਬੀ ਦਾ ਸਮਾਨਾਰਥਕ ਸ਼ਬਦ ਨਹੀਂ ਹੈ। ਅਗਲਾ ਪ੍ਰਸ਼ਨ, ਕਿਹੜਾ ਸ਼ਬਦ ਮੌਤ ਸ਼ਬਦ ਦਾ ਸਮਾਨਾਰਥਿਕ ਨਹੀਂ ਹੈ? ਦੇਖੋ ਮੌਤ ਆਪਾਂ ਇਹ ਕਹਿ ਦਿੰਦੇ ਹਾਂ ਦੇਹਾਂਤ, ਜਾਂ ਉਹ ਚੜ੍ਹਾਈ ਕਰ ਗਿਆ। ਠੀਕ ਹੈ, ਕਾਲ ਮਤਲਬ ਮਾੜਾ ਸਮਾਂ ਹੋ ਗਿਆ। ਠੀਕ ਹੈ, ਇਹ ਸਾਰੇ ਕੀ ਆ? ਮੌਤ ਦੇ ਸਮਾਨਾਰਥਕ ਸ਼ਬਦ ਆ। ਕਾਲ ਦਾ ਮਤਲਬ ਆਪਾਂ ਕਹਿ ਨਹੀਂ ਦਿੰਦੇ ਕਾਲ, ਵੀ ਕਾਲ ਇੱਕ ਤਰ੍ਹਾਂ ਨਾਲ ਕਾਲ ਹੀ ਆਇਆ, ਮੌਤ ਆ ਗਈ ਜਿਹੜੀ। ਤਾਂ ਦੇਹ ਆ ਜਿਹੜਾ ਇੱਕ ਸਰੀਰ ਨੂੰ ਬੋਲ ਦਿੰਦੇ ਆ, ਦੇਹ ਨੂੰ ਅਸੀਂ ਮੌਤ ਨਹੀਂ ਬੋਲਦੇ। ਤਾਂ ਆਪਸ਼ਨ ਏ ਇੱਥੇ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ ਆ ਇੱਟ ਦਾ ਜਵਾਬ ਡੈਸ਼ ਨਾਲ ਦੇਣਾ। ਹਾਂਜੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਉੱਲੂ ਬਣਾਉਣਾ। ਉੱਲੂ ਬਣਾਉਣ ਦਾ ਮਤਲਬ, ਮੁਹਾਵਰੇ ਦਾ ਮਤਲਬ ਦੱਸਣਾ ਤੁਸੀਂ। ਉੱਲੂ ਬਣਾਉਣ ਦਾ ਮਤਲਬ ਆ ਜੀ ਮੂਰਖ ਬਣਾਉਣਾ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਹਾਂਜੀ ਘਰ ਦੀ ਦਾਲ, ਅੱਗੇ ਤੁਸੀਂ ਇਸ ਮੁਹਾਵਰੇ ਨੂੰ ਪੂਰਾ ਕਰਨਾ। ਘਰ ਦੀ ਦਾਲ ਮੁਰਗੀ ਬਰਾਬਰ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਹੈ ਜੀ ਉਹ ਅਖਾਣ ਜਿਹੜਾ ਕਿਸੇ ਚੰਗੇ ਆਦਮੀ ਦੀ ਨਿੰਦਿਆ ਕਰਨ ਵਾਲੇ ਲਈ ਵਰਤਿਆ ਜਾਵੇ। ਹਾਂਜੀ ਜਦੋਂ ਕਿਸੇ ਅਸੀਂ ਚੰਗੇ ਆਦਮੀ ਦੀ ਨਿੰਦਿਆ ਕਰਨ ਲਈ ਕਿਹੜਾ ਅਖਾਣ ਵਰਤਦੇ ਹਾਂ? ਜਦੋਂ ਕੋਈ ਚੰਗੇ ਬੰਦੇ ਦੀ ਨਿੰਦਿਆ ਕਰੇ ਤਾਂ ਉਸ ਦੇ ਲਈ ਅਸੀਂ ਕਿਹੜਾ ਅਖਾਣ ਵਰਤਾਂਗੇ? ਹਾਂਜੀ ਅਸਮਾਨ 'ਤੇ ਥੁੱਕਿਆ ਆਪਣੇ ਮੂੰਹ 'ਤੇ ਪੈਂਦਾ ਏ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਕਮਜ਼ੋਰੀ ਦਾ ਸਹੀ ਅਗੇਤਰ ਦੱਸੋ। ਹਾਂਜੀ ਕਮਜ਼ੋਰ ਦਾ ਅਗੇਤਰ ਦੱਸਣਾ। ਅਗੇਤਰ ਤੇ ਪਿਛੇਤਰ ਦੇ ਵਿੱਚ ਕੀ ਆ ਕਿ 2 ਸ਼ਬਦ ਬਣਨੇ ਚਾਹੀਦੇ ਆ। ਜਦੋਂ ਕਿਸੇ ਅਗੇਤਰ ਦਾ ਮਤਲਬ ਹੈ ਜਦੋਂ ਕਿਸੇ ਸ਼ਬਦ ਦੇ ਅੱਗੇ, ਹਾਂਜੀ ਜਦੋਂ ਕਿਸੇ ਸ਼ਬਦ ਦੇ ਅੱਗੇ ਅਸੀਂ ਜਾਣੀ ਕਿ ਇੱਦਾਂ ਦਾ ਸ਼ਬਦ ਲਗਾ ਦਈਏ ਕਿ ਉਹਦਾ ਮੀਨਿੰਗ ਚੇਂਜ ਹੋ ਜੇ। ਠੀਕ ਹੈ, ਜਿਵੇਂ ਜ਼ੋਰ, ਦੇਖੋ ਜ਼ੋਰ ਇੱਕ ਸ਼ਬਦ ਆ, ਜਦੋਂ ਇਹਦੇ ਮੂਹਰੇ ਕਮ ਲੱਤਾ ਤਾਂ ਇਹ ਕਮਜ਼ੋਰ ਇੱਕ ਨਵਾਂ ਸ਼ਬਦ ਕ੍ਰੀਏਟ ਹੋ ਗਿਆ ਤਾਂ ਇਹਦੇ ਉੱਤੇ ਇੱਕ ਅਗੇਤਰ ਬਣ ਗਿਆ। ਤਾਂ ਕਮ ਕੀ ਆ? ਇੱਕ ਉਹ ਬੋਲ ਸਕਦੇ ਹਾਂ ਆਪਾਂ ਕਿ ਸਹੀ ਅਗੇਤਰ ਆ ਕਮਜ਼ੋਰ ਦਾ। ਅਗਲਾ ਪ੍ਰਸ਼ਨ, ਮਹਾਰਾਣੀ ਦਾ ਸਹੀ ਅਗੇਤਰ ਦੱਸੋ। ਹਾਂਜੀ ਮਹਾਰਾਣੀ, ਅਸਲੀ ਸ਼ਬਦ ਆ ਰਾਣੀ, ਇਹਦੇ ਅੱਗੇ ਜਦੋਂ ਅਸੀਂ ਲਾਤਾ ਮਹਾ ਤਾਂ ਇਹ ਬਣ ਗਿਆ ਮਹਾਰਾਣੀ। ਤਾਂ ਆਪਸ਼ਨ ਨੰਬਰ ਇੱਥੇ ਏ ਰਾਈਟ ਆਂਸਰ ਹੈ ਮਹਾਰਾਣੀ। ਅਗਲਾ ਪ੍ਰਸ਼ਨ ਆ ਭੜਕੀਲਾ। ਹਾਂਜੀ ਭੜਕੀਲਾ ਦਾ ਸਹੀ ਪਿਛੇਤਰ ਚੁਣੋ। ਦੇਖੋ ਭੜਕੀਲਾ, ਭੜਕ, ਪਹਿਲਾ ਅਸਲੀ ਸ਼ਬਦ ਕੀ ਆ? ਭੜਕ ਆ।
ठीक है। किसी का भड़क जाना कि वह तो भड़ मैं उन्होंने माड़ा जा बोलिया पर वह तो भड़क ही गया, तो आप बोलते हैं ना भड़क भड़क ईला, ईला दे मूहरे भड़क लग के बनया भड़क प्लस ईला भड़कीला, ठीक है। तो पिछेत्र किहड़ा हो गया ईला, ऑप्शन ईडी इत्थे राइट आंसर है। अगला प्रश्न अंध अगेतर वाला शब्द चुनो। हाँ जी अंध, अंध का जिहड़ा अगेतर आ वो अंध अगेतर वाला शब्द देखना ये किहड़ा वा। वैसे इत्थे टिप्पी नहीं गई अध अधरंग, ठीक है। तो अधरंग रंग का शब्द अलग बन गया, देखो रंग एक अलग आ, ठीक है। जिमें ही मैं ये अगे अधरंग लाता अध पाता तो यह की बन गया अधरंग, यानी कि एक रोग हो गया, रंग एक अलग हो गया। तो ऑप्शन डी इत्थे राइट आंसर है। सॉरी बाय मिस्टेक स्पैलिंग दे विच थोड़ी मिस्टेक आ गई। अगे खुश अगेतर वाला शब्द दसना। हाँ जी अगेतर लगाना तुसीं जिहदे अगे वो दसना अगेतर जिहदे अगे खुश लग्या, मतलब कि अगला शब्द है जिहड़ा पिछे वाला उसदा कोई अलग मीनिंग होना चाहिए कि मूहरे लग के नवां शब्द क्रिएट हो जाए। खबरी, हाँ जी खबरी दे मूहरे जदों असीं खुश पाता तो कोई खुशी वाली गल होगी, मतलब कि खुश खबरी, खुश खबरी बन गया ना। जो मैं देखो खबरी खबरी की हो गया कोई न्यूज़ वाला होवे जां अपने घरे भी कोई इदां दा हुंदा वा, जिवें दादी मोस्टली सारे पिंड दीयां गल्लां जाण आउंदे आ, फिर आपां नूं जदों घरे आके दसदे आ ते कोई ना कोई विचों बोल ही दिंदा कि तूं तां एक तरह की खबरी होई आ, भी सारिਆਂ ਦੀ खबर रखदी है ना। तो खुश खबरी का मतलब की है जदों कोई खुशी वाली गल हो जाए ना, तो मतलब कि एक नवा वर्ड क्रिएट हो गया, खुश पाउण नाल ऑप्शन ए इत्थे राइट आंसर है। हाँ जी इस दे नाल साडी अज दी वीडियो खत्म हुंदी है। ਤੁਸੀਂ ਇਹ ਜ਼ਰੂਰ ਦੱਸਣਾ ਕਿ ਹੁਣ ਤੁਹਾਡੇ ਇਸ ਮੌਕ ਟੈਸਟ ਦੇ ਵਿੱਚੋਂ ਕਿੰਨੇ MCQ ਸਹੀ ਗਏ, ਕੀ ਤੁਸੀਂ ਪੰਜਾਬੀ ਐਲੀਜੀਬਿਲਿਟੀ ਟੈਸਟ ਨੂੰ ਇਹਦੇ ਤੇ ਫੋਲੋ ਕਰਦੇ ਹੋ। ਤੁਹਾਡੇ 50% ਨੰਬਰ ਬਣਦੇ ਆ, ਇਹ ਤੁਸੀਂ ਆਪ ਦੇਖਣਾ। ਜੇਕਰ 50% ਨਹੀਂ ਬਣਦੇ ਤਾਂ ਇਹਦਾ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਲੋੜ ਆ ਹਜੇ ਪੜ੍ਹਨ ਦੀ, ਠੀਕ ਹੈ, ਜਾਣੀ ਕਿ ਮਿਹਨਤ ਕਰਨ ਦੀ ਬਹੁਤ ਜ਼ਿਆਦਾ ਲੋੜ ਆ। ਤੇ ਹੁਣ ਆਪਾਂ ਜੇਕਰ ਗੱਲ ਕਰੀਏ ਅੱਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ। ਤੇ ਹੁਣ ਥੋੜੀ ਦੇਰ ਬਾਅਦ ਅਸੀਂ ਸ਼ੁਰੂ ਕਰਦੇ ਹਾਂ ਆਪਣਾ ਮੇਨ ਪੇਪਰ, ਠੀਕ ਹੈ ਜੀ। ਪਾਣੀ ਵਗੈਰਾ ਪੀ ਲਓ ਉਨੀ ਦੇਰ ਤੱਕ। ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿੱਤਾ ਜਾਵੇ।